ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 842 ਅੰਗ ਤੇ ਕਥਾ ਪਹੁੰਚੀ ਹੈ। ਰਾਗ ਬਿਲਾਵਲ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ। ਬਿਲਾਵਲ ਰਾਗ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ ਕਿ ਸਭ ਤੋਂ ਪਹਿਲਾਂ ਹੈ ਅਕਾਲ ਪੁਰਖ, ਆਦਿ ਪੁਰਖ। ਉਹਦੇ ਤੋਂ ਪਹਿਲਾਂ ਕੁਝ ਵੀ ਨਹੀਂ। ਕੋਈ ਪੁੱਛੇ ਕਿ ਸਭ ਤੋਂ ਪਹਿਲਾਂ ਕੌਣ, ਤਾਂ ਮਹਾਰਾਜ ਜੀ ਕਹਿੰਦੇ ਆਦਿ ਪੁਰਖ, ਅਕਾਲ ਪੁਰਖ ਪਰਮੇਸ਼ਰ। ਆਦਿ ਪੁਰਖ ਪਰਮੇਸ਼ਰ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਸਿਰਜੀ ਗਈ। ਆਪੇ ਸ੍ਰਿਸ਼ਟ ਸਾਜੇ। ਆਦਿ ਪੁਰਖ ਪਰਮੇਸ਼ਰ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਸਾਰੇ ਸੰਸਾਰ ਦੀ ਉਤਪਤੀ ਕੀਤੀ ਹੈ। ਕਿਆ ਸਰਾਈਆਂ ਸਭ ਦੀਆਂ ਵੱਖੋ ਵੱਖਰੀਆਂ। 300 ਤੋਂ ਵੀ ਵੱਧ ਪ੍ਰਕਾਰ ਤੇ ਤਰੀਕੇ ਦੱਸੇ ਗਏ ਨੇ ਧਰਮ ਗ੍ਰੰਥਾਂ 'ਚ ਕਿ ਸ੍ਰਿਸ਼ਟੀ ਕਿਵੇਂ ਬਣੀ, ਕਿਵੇਂ ਬਣਾਈ ਗਈ, ਸਭ ਤੋਂ ਪਹਿਲਾਂ ਕੀ ਬਣਿਆ, ਸਭ ਤੋਂ ਪਹਿਲਾਂ ਕਿੱਥੇ ਮਨੁੱਖ ਪੈਦਾ ਹੋਏ, ਕਿਹੜੀ ਜਗ੍ਹਾ ਹੈ ਜਿੱਥੇ ਸਭ ਤੋਂ ਪਹਿਲਾਂ ਮਨੁੱਖਾਂ ਦੇ ਹੋਣ ਦੀ ਹੋਂਦ ਮਿਲਦੀ ਹੈ। ਬੜੇ ਬੜੇ ਅੰਦਾਜ਼ੇ ਨੇ, ਵਿਦਵਾਨਾਂ ਨੇ, ਫਿਲਾਸਫਰਾਂ ਨੇ ਬੜੇ ਬੜੇ ਅੰਦਾਜ਼ੇ ਲਾ ਕੇ ਬੜੇ ਬੜੇ ਤਰੀਕੇ ਦੱਸੇ। ਪੁਰਾਣਕ ਮਤ ਦੇ ਅਨੁਸਾਰ ਪੁਰਾਣਾਂ ਵਿੱਚ ਕਈ ਪ੍ਰਕਾਰ ਦੱਸੇ ਨੇ ਕਿਵੇਂ ਸੰਸਾਰ ਬਣਿਆ। ਸਾਇੰਸ ਨੇ ਵੀ ਕਈ ਪ੍ਰਕਾਰ ਗਿਣੇ ਨੇ, ਉਹ ਵੀ ਕਈ ਤਰੀਕੇ ਦੱਸਦੇ। ਪਰ ਅਸਲ ਵਿੱਚ ਖੇਡ ਇਹ ਹੈ ਕਿ ਸ੍ਰਿਸ਼ਟੀ ਦੀ ਰਚਨਾ ਪਰਮੇਸ਼ਰ ਨੇ ਕੀਤੀ ਹੈ। ਇਤਨਾ ਸਮਝ ਲੈਣਾ ਕਾਫੀ ਹੈ। ਕਿਵੇਂ ਕੀਤੀ ਤੇ ਕਦੋਂ ਕੀਤੀ ਇਹ ਨਹੀਂ ਜਾਣਿਆ ਜਾ ਸਕਦਾ। ਕਦੋਂ ਬਣਾਈ ਗਈ ਸ੍ਰਿਸ਼ਟੀ, ਸਭ ਤੋਂ ਪਹਿਲਾਂ ਕੀ ਕੀਤਾ ਹੋਵੇਗਾ, ਉਸਨੇ ਕੀ ਬਣਾਇਆ ਹੋਵੇਗਾ। ਜਲ ਬਣਾਇਆ ਹੋਵੇਗਾ, ਧਰਤੀ ਬਣਾਈ ਹੋਵੇਗੀ, ਆਕਾਸ਼ ਬਣਾਇਆ ਹੋਵੇਗਾ, ਮਨੁੱਖ ਬਣਾਏ ਹੋਣਗੇ, ਜੀਵ ਜੰਤੂ ਬਣਾਏ ਹੋਣਗੇ, ਕੀ ਬਣਾਇਆ ਹੋਣਾ। ਤਾਂ ਮੇਰੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਬਸ ਇਤਨਾ ਹੀ ਕਿਹਾ, ਇੱਕ ਤੋਂ ਬਹੁ ਰੂਪ ਹੋ ਜਾਵਾਂ ਤਾਂ ਸਭ ਕੁਝ ਹੋ ਗਿਆ, ਬਣ ਗਿਆ। ਇੱਕ ਤੋਂ ਬਹੁ ਰੂਪ ਹੋਇਆ, ਸਾਰਾ ਸੰਸਾਰ ਹੋ ਗਿਆ। ਤੋ ਸਾਰੇ ਸੰਸਾਰ ਤੋਂ ਪਹਿਲਾਂ ਸੀ ਅਕਾਲ ਪੁਰਖ, ਆਦਿ ਪੁਰਖ। ਆਦਿ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਆਪੇ ਸ੍ਰਿਸ਼ਟ ਸਾਜੇ, ਆਪ ਹੀ ਉਸ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ। ਜੀ ਜੰਤ ਮਾਇਆ ਮੋਹ ਪਾਜੇ। ਇਹ ਜਿਤਨੇ ਸੰਸਾਰ ਦੇ ਜੀ ਜੰਤ ਨੇ, ਇਹਨਾਂ ਨੂੰ ਮਾਇਆ ਚ ਲਾ ਕੇ ਇਹਨਾਂ ਦੇ ਅੰਦਰ ਮੋਹ ਦਾ ਪਰਦਾ ਪਾ ਦਿੱਤਾ। ਪਰਮੇਸ਼ਰ ਨੇ ਬਣਾ ਕੇ ਨਾ ਜੀ ਇਹਨਾਂ ਚ ਮੋਹ ਪਾ ਦਿੱਤਾ, ਮਾਇਆ ਵਰਤਾ ਦਿੱਤੀ ਇਹਨਾਂ ਤੇ। ਮਾਇਆ ਦੇ ਮੋਹ ਦੇ ਪਾਜ ਵਿੱਚ, ਪਰਦੇ ਵਿੱਚ ਇਹ ਜਿਤਨੇ ਵੀ ਜੀਵ ਨੇ ਉਲਝੇ ਹੋਏ ਨੇ। ਪਾਏ ਕਿਹਨੇ? ਪਰਮੇਸ਼ਰ ਨੇ ਪਾਏ। ਪੈਦਾ ਵੀ ਉਹਨੇ ਕੀਤੇ ਤੇ ਮਾਇਆ ਦੇ ਮੋਹ ਦਾ ਜਿਹੜਾ ਪਾਜ ਸੀ ਉਹ ਵੀ ਉਸ ਸੰਸਾਰ ਦੇ ਜੀ ਜਨਤਾ ਵਿੱਚ ਪਰਮੇਸ਼ਰ ਨੇ ਪਾਇਆ ਹੈ। ਦੂਜੇ ਭਾਏ ਪਰਪੰਚ ਲਾਗੇ। ਜਿਹੜਾ ਦੂਜਾ ਭਾ ਹੈ ਨਾ, ਦੁਬਦਾ ਜਿਹਨੂੰ ਆਪਾਂ ਕਹਿੰਦੇ ਆ, ਇਹ ਜਿਤਨਾ ਵੀ ਪਰਪੰਚ ਹੈ, ਇਹ ਸਾਰਾ ਪਰਪੰਚ ਦੂਜੇ ਭਾਵ ਵਿੱਚ ਦੁਬਦਾ ਚ ਲੱਗਾ ਹੋਇਆ, ਜਿਹਨੂੰ ਦੋ ਕਹਿੰਦੇ ਆ।
ਹਰ ਇੱਕ ਚੀਜ਼ਾਂ ਦਾ ਜੋੜਾ ਹੀ ਬਣਾਇਆ ਨਾ ਪਰਮੇਸ਼ਰ ਨੇ, ਵਿਧਾਤੇ ਨੇ। ਮਨੁੱਖਾਂ ਦਾ ਜੋੜਾ ਬਣਾਇਆ, ਪਸ਼ੂਆਂ ਪੰਛੀਆਂ ਦਾ, ਸਭ ਦਾ ਜੋੜਾ ਹੀ ਬਣਾਇਆ। ਰਾਤ ਦਿਨ ਜੋੜਾ, ਪਾਪ ਪੁੰਨ ਜੋੜਾ, ਧਰਮ ਅਧਰਮ ਜੋੜਾ। ਹਰ ਇੱਕ ਸ਼ੈ ਦੀਆਂ ਦੋ ਚੀਜ਼ਾਂ ਹੀ ਬਣਾਈਆਂ ਨੇ ਨਾ। ਇਹ ਜਿਹੜੇ ਦੋ ਬਣਾਏ ਨੇ ਨਾ, ਦੋ, ਇਹਨਾਂ ਦੋਨਾਂ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਇੱਕ ਦੀ ਭਾਲ ਕਰਨੀ ਬੜੀ ਔਖੀ ਹੋ ਜਾਂਦੀ ਹੈ। ਜਦੋਂ ਹਰ ਵੇਲੇ ਦੋ 'ਚ ਹੀ ਰਹਿਣਾ, ਦੋ ਵਿੱਚ ਹੀ ਵਿਚਰਨਾ, ਇਹ ਦੁਬਿਧਾ ਜਿਹੜੀ ਹੈ ਨਾ, ਇਹਨੂੰ ਦੂਜਾ ਭਾਉ ਕਹਿੰਦੇ। ਤੇ ਪਰਮੇਸ਼ਰ ਨੇ ਪ੍ਰਪੰਚ ਪੈਦਾ ਕਰਕੇ ਇਸ ਸਾਰੇ ਪ੍ਰਪੰਚ ਨੂੰ ਇਸ ਦੋ ਵਿੱਚ ਲਾਇਆ ਹੋਇਆ, ਦਵੈਸ਼ ਵਿੱਚ ਲਾਇਆ ਹੋਇਆ, ਦੂਜੇ ਭਾਵ ਵਿੱਚ ਲਾਇਆ ਹੋਇਆ। ਹਾਂਜੀ, ਆਵਹਿ ਜਾਵਹਿ ਮਰਹਿ ਅਭਾਗੇ। ਦੁਬਿਧਾ ਵਿੱਚ ਤੇ ਦਵੈਸ਼ ਵਿੱਚ ਲੱਗੇ ਹੋਏ ਜੀਵ ਆ ਰਹੇ ਨੇ ਤੇ ਜਾ ਰਹੇ ਨੇ, ਜੰਮ ਰਹੇ ਨੇ ਤੇ ਮਰ ਰਹੇ ਨੇ। ਅਭਾਗੇ, ਅਭਾਗੇ ਦਾ ਮਤਲਬ ਹੁੰਦਾ ਮਾੜੇ ਭਾਗਾਂ ਵਾਲੇ, ਭਾਗ ਵਿਹੂਣੇ। ਇਹ ਮਨੁੱਖ ਆ ਰਹੇ ਨੇ ਔਰ ਜਾ ਰਹੇ ਨੇ ਤੇ ਮਰ ਰਹੇ ਹਨ। ਸਤਿਗੁਰ ਭੇਟਿਐ ਸੋਝੀ ਪਾਏ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਜਾਂਦੇ ਨੇ ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਸਤਿਗੁਰ ਭੇਟਿਐ ਸੋਝੀ ਪਾਏ, ਸਤਿਗੁਰਾਂ ਨਾਲ ਮਿਲ ਕੇ ਸੋਝੀ ਆ ਜਾਂਦੀ ਹੈ। ਜਿਹੜੇ ਗੁਰੂ ਨੂੰ ਮਿਲਦੇ ਨੇ ਉਹ ਸਮਝ ਸਹਿਤ ਹੋ ਜਾਂਦੇ ਹਨ। ਪਰਪੰਚ ਚੁੱਕੈ ਸੱਚ ਸਮਾਏ। ਜਿਹੜੇ ਸੱਚ 'ਚ ਸਮਾ ਜਾਂਦੇ ਨੇ ਉਹਨਾਂ ਦੀ ਦ੍ਰਿਸ਼ਟੀ 'ਚੋਂ ਪਰਪੰਚ ਬਿਨਸ ਜਾਂਦਾ ਹੈ। ਪਰਪੰਚ ਦਾ ਮਤਲਬ ਹੀ ਹੈ ਜੋ ਹੋਵੇ ਨਾ ਪਰ ਦਿਸ ਰਿਹਾ, ਉਹਨੂੰ ਕਹਿੰਦੇ ਨੇ ਪਰਪੰਚ। ਅਕਸਰ ਆਪਾਂ ਕਹਿ ਦਿੰਦੇ ਆ ਕੀ ਪਰਪੰਚ ਰਚਿਆ। ਪਰਪੰਚ ਦਾ ਮਤਲਬ ਆ ਕੀ ਵਿਖਾਵਾ। ਜਿਹੜਾ ਕੇਵਲ ਵਿਖਾਵਾ ਹੋਵੇ, ਅਸਲੀਅਤ ਨਾ ਹੋਵੇ, ਉਹਨੂੰ ਕਹਿੰਦੇ ਨੇ ਪਰਪੰਚ। ਜਦੋਂ ਕੋਈ ਸੱਚ 'ਚ ਸਮਾ ਜਾਂਦਾ, ਸੱਚ ਵਿੱਚ ਭੇਦ ਹੋ ਜਾਂਦਾ, ਤਾਂ ਉਸ ਵਕਤ ਪਰਪੰਚ ਸੁਤੇ ਸਿੱਧ ਹੀ ਬਿਨਸ ਜਾਂਦਾ, ਪਰਪੰਚ ਦਾ ਅਭਾਵ ਹੋ ਜਾਂਦਾ। ਸੱਚ 'ਚ ਅਭੇਦ ਹੁੰਦਿਆਂ ਹੀ ਪਰਪੰਚ ਦਾ ਵਿਲੈ ਹੋ ਜਾਂਦਾ। ਹਾਂਜੀ, ਜਾਗੈ ਮਸਤਕ ਲਿਖਿਆ ਲੇਖ। ਜਿਹਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਲਿਖੇ ਨੇ, ਅਕਾਲ ਪੁਰਖ ਨੇ ਜਿਹੜੇ ਲੇਖ ਲਿਖ ਦਿੱਤੇ ਨੇ, ਲੇਖ ਵੀ ਉਹੀ ਲਿਖੇ ਨੇ ਜੋ ਜੀਵਾਂ ਨੇ ਕਰਮ ਕੀਤੇ। ਇਸੇ ਦੇ ਕੀਤੇ ਕਰਮਾਂ ਦੇ ਲੇਖ ਇਸ ਜੀਵ ਦੇ ਮੱਥੇ ਤੇ ਲਿਖੇ ਹੋਏ ਨੇ। ਆਕੈ ਮਨ ਵਸਿਆ ਪ੍ਰਭ ਏਕ। ਜਿਹਦੇ ਮੱਥੇ ਤੇ ਪਰਮੇਸ਼ਰ ਨੇ ਆ ਵੀ ਲੇਖ ਲਿਖ ਦਿੱਤੇ ਵੀ ਤੂੰ ਸੰਗਤ ਕਰਨੀ ਹੈ, ਤੂੰ ਕੀਰਤਨ ਸੁਣਨਾ, ਤੂੰ ਕਥਾ ਸੁਣਨੀ, ਇਹ ਵੀ ਲੇਖ ਨੇ ਨਾ। ਕਹਿੰਦੇ ਜਿਹਦੇ ਮੱਥੇ ਤੇ ਲੇਖ ਲਿਖ ਦਿੱਤੇ, ਉਹਨਾਂ ਦੇ ਮਨ 'ਚ ਇੱਕ ਅਕਾਲ ਪੁਰਖ ਪਰਮੇਸ਼ਰ ਵਸਦਾ ਹੈ। ਇਸ ਕਰਕੇ ਕਰਮ ਬੜੇ ਮਾਇਨੇ ਰੱਖਦੇ ਨੇ। ਅਸੀਂ ਕਹਿੰਦੇ ਨਾ ਵੀ ਰੱਬ ਰੱਬ ਕਰੋ, ਭਜਨ ਕਰੋ, ਕੰਮ ਜਿਹੋ ਜੇ ਮਰਜ਼ੀ ਕਰੋ। ਨਾ ਭਾਈ, ਕਰਮ ਵੀ ਬੜੇ ਮਾਇਨੇ ਰੱਖਦੇ ਨੇ, ਕਿਉਂਕਿ ਕਰਮਾਂ ਨਾਲ ਲੇਖ ਬਣਦੇ। ਜੋ ਅਸੀਂ ਕਰ ਰਹੇ ਹਾਂ ਉਹਦੇ ਲੇਖ ਬਣਦੇ ਆ। ਉਹਨਾਂ ਲੇਖਾਂ ਮੁਤਾਬਕ ਲੇਖ ਲਿਖਿਆ ਜਾਂਦਾ। ਇਸ ਕਰਕੇ ਗੁਰਦੇਵ ਬਾਰ-ਬਾਰ ਕਹਿੰਦੇ ਨੇ ਨਿਰਮਲ ਕਰਮ ਕਰਨੇ। ਹਰ ਕੋ ਨਾਮ ਜਪ ਨਿਰਮਲ ਕਰਮ, ਸ੍ਰੇਸ਼ਟ ਕਰਮ ਕਰੋ, ਭਲੇ ਕਰਮ ਕਰੋ। ਜਦੋਂ ਕਿਸੇ ਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਪਾ ਦਿੱਤੇ ਤਾਂ ਉਹਨਾਂ ਦੇ ਮਨ ਵਿੱਚੋਂ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਆ ਕੇ ਵਸਦਾ ਹੈ। ਰਹਾਉ ਸ੍ਰਿਸ਼ਟ ਉਪਾਈ ਆਪੇ ਸਭ ਵੇਖੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਪਾ ਕੇ ਸਭ ਨੂੰ ਫਿਰ ਵੇਖਦਾ ਵੀ ਆਪ ਹੀ ਹੈ। ਇਹ ਸ੍ਰਿਸ਼ਟੀ ਬਣਾਈ ਉਸੇ ਦੀ ਹੈ ਔਰ ਬਣਾ ਕੇ ਸਾਰੀ ਸ੍ਰਿਸ਼ਟੀ ਨੂੰ ਫਿਰ ਇਸ ਸ੍ਰਿਸ਼ਟੀ ਨੂੰ ਵੇਖਦਾ, ਯਾਨੀ ਕਿ ਸਭ ਦੀ ਪਾਲਣਾ ਕਰਦਾ। ਵੇਖਣ ਦਾ ਮਤਲਬ ਹੁੰਦਾ ਪਾਲਦਾ। ਸਭ ਨੂੰ ਪੈਦਾ ਕਰਕੇ ਸਭ ਦੀ ਪਾਲਣਾ ਕਰਦਾ ਹੈ। ਕੋਈ ਨ ਮਿਟੈ ਤੇਰਾ ਲਿਖੈ। ਹੇ ਵਾਹਿਗੁਰੂ, ਜਿਹੜੇ ਲੇਖ ਤੂੰ ਪਾ ਦਿੱਤੇ ਨੇ ਉਹ ਕੋਈ ਨਹੀਂ ਮੇਟ ਸਕਦਾ। ਜਿਹੜੇ ਲੇਖ ਤੈਂ ਪਾ ਦਿੱਤੇ ਨੇ ਵਾਹਿਗੁਰੂ, ਉਹ ਕੋਈ ਨਹੀਂ ਮੇਟ ਸਕਦਾ। ਆਖਿਆ ਜੇ ਲੇਖ ਮਿਟਦੇ ਹੀ ਨਹੀਂ, ਕਿਉਂ ਟੇਕਦੇ ਆ ਕੇ ਗੁਰੂ ਨੂੰ ਮੱਥਾ।
ਕਿਸੇ ਨੇ ਸ਼ੰਕਾ ਕੀਤਾ ਸੀ, ਕਲਗੀਧਰ ਸੁਆਮੀ ਦੇ ਚਰਨਾਂ 'ਚ ਸ਼ੰਕਾ ਕੀਤਾ ਸੀ, ਤੇ ਸ਼ੰਕਾ ਕਰਨ ਵਾਲੇ ਕਾਜੀ ਦਾ ਨਾਮ ਸੀ ਕਾਜੀ ਸਲਾਰਦੀਨ। ਕਹਿੰਦਾ ਜੀ ਸਿੱਖਾਂ ਕੋਲੋਂ ਮੱਥਾ ਟਿਕਾ ਕੇ ਆਪਣਿਆਂ ਚਰਨਾਂ ਤੇ ਤੁਸੀਂ ਇਹਨਾਂ ਨੂੰ ਗੁੰਮਰਾਹ ਕਰਦੇ, ਲੇਖ ਤਾਂ ਨਹੀਂ ਮਿਟਦੇ। ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਕਾਜੀ ਜੀ ਪਹਿਲੀ ਗੱਲ ਅਸੀਂ ਸਿੱਖਾਂ ਨੂੰ ਆਖਿਆ ਨਹੀਂ ਸਾਨੂੰ ਮੱਥਾ ਟੇਕੋ, ਪਰ ਉਹਨਾਂ ਦੀ ਭਾਵਨਾ ਹੈ ਆਪਣੇ ਅਦਬ ਦੇ ਨਾਲ ਜੇ ਗੁਰੂ ਚਰਨਾਂ 'ਚੋਂ ਨਮਸਕਾਰ ਕਰਦੇ ਨੇ ਤਾਂ ਉਸ ਦਾ ਵੀ ਲਾਭ ਉਹਨਾਂ ਨੂੰ ਹੋਣਾ। ਕਹਿੰਦਾ ਜੀ ਉਹ ਕਿਵੇਂ? ਸਤਿਗੁਰਾਂ ਨੇ ਆਪਣੇ ਖਜ਼ਾਨੇ 'ਚੋਂ ਆਪਣੀ ਸਟੈਂਪ ਮੰਗਾਈ, ਮੋਹਰ ਮੰਗਾਈ, ਆਖਿਆ ਲਓ ਕਾਜੀ ਜੀ ਇਸ ਮੋਹਰ ਦੇ ਉੱਤੇ ਫਾਰਸੀ ਦੇ ਅੱਖਰ ਲਿਖੇ ਨੇ ਤੇ ਪੜ੍ਹੋ ਕੀ ਲਿਖਿਆ ਹੋਇਆ। ਹੁਣ ਜਿਹੜੀ ਸਟੈਂਪ ਹੁੰਦੀ, ਮੋਹਰ ਹੁੰਦੀ ਆ, ਉਹਦੇ ਅੱਖਰ ਪੁੱਠੇ ਹੁੰਦੇ ਨੇ ਲਿਖੇ, ਸਮਝ ਨਹੀਂ ਆਉਂਦੇ ਕੀ ਲਿਖਿਆ ਹੁੰਦਾ। ਕਹਿੰਦਾ ਜੀ ਇਹ ਤਾਂ ਸਮਝ ਨਹੀਂ ਆਉਂਦੇ, ਪੁੱਠੇ ਅੱਖਰ ਕਿਵੇਂ ਪੜ੍ਹੇ ਜਾ ਸਕਦੇ ਨੇ। ਪਾਤਸ਼ਾਹ ਕਹਿੰਦੇ ਕਾਗਜ਼ ਪਿਆ, ਕਾਗਜ਼ ਤੇ ਇਹਦਾ ਠੱਪਾ ਲਾਓ ਤੇ ਫਿਰ ਪੜ੍ਹੋ। ਕਾਗਜ਼ ਤੇ ਠੱਪਾ ਲਾਇਆ ਤੇ ਠੱਪਾ ਲਾ ਕੇ ਵੇਖਿਆ ਕਿ ਸਾਰੇ ਅੱਖਰ ਸਿੱਧੇ ਹੋਏ ਤੇ ਪੜ੍ਹੀ ਜਾਵੇ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ ਸਿੱਕਾ ਜਦਬਰ ਹਰ ਦੋ ਆਲਮ ਫਜ਼ਲ ਸੱਚੇ ਸਾਹਿਬਸਤ ਗੋਬਿੰਦ ਸਿੰਘ ਖੁਦ ਸ਼ਹਿਨਸ਼ਾਹ ਤੇਗ ਨਾਨਕ ਵਾਹਿ ਵਸਤ। ਛੱਟ ਪੜ੍ਹ ਦਿੱਤਾ ਫਾਰਸੀ ਦੇ ਅੱਖਰ। ਮਹਾਰਾਜ ਕਹਿੰਦੇ ਹੁਣ ਕਿਵੇਂ ਪੜ੍ਹੇ ਗਏ? ਕਹਿੰਦਾ ਜੀ ਸਿੱਧੇ ਹੋ ਗਏ ਨੇ ਤਾਂ ਪੜ੍ਹੇ ਗਏ ਨੇ। ਸਾਹਿਬ ਕਹਿੰਦੇ ਜਦੋਂ ਸਾਡੇ ਸਿੱਖ ਸਾਡੇ ਚਰਨਾਂ ਤੇ ਆ ਕੇ ਪ੍ਰਣਾਮ ਕਰਦੇ ਨੇ, ਲੇਖ ਤਾਂ ਨਹੀਂ ਮਿਟਦੇ ਜੋ ਪਰਮੇਸ਼ਰ ਨੇ ਲਿਖੇ ਨੇ, ਪਰ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਗੁਰੂ ਕੋਲੇ ਸਮਰੱਥਾ ਹੈ ਆਪਣੇ ਸੇਵਕ ਦੇ ਕੀਤੇ ਹੋਏ ਕਰਮਾਂ ਨੂੰ ਸੁਪਨੇ ਵਿੱਚ ਵੀ ਕੱਟ ਸਕਦਾ। ਕੇਵਲ ਗੁਰੂ ਕੋਲੇ ਸਮਰੱਥਾ ਹੈ, ਨਹੀਂ ਤਾਂ ਮਹਾਰਾਜ ਜੀ ਕਹਿੰਦੇ ਜਿਹੜੇ ਲੇਖ ਪਰਮੇਸ਼ਰ ਨੇ ਲਿਖ ਦਿੱਤੇ ਨੇ ਕੋਈ ਨਾ ਮਿਟੈ ਤੇਰਾ ਲਿਖ ਹੈ। ਇਹ ਵਾਹਿਗੁਰੂ ਜਿਹੜਾ ਲੇਖ ਤੈਂ ਪਾ ਦਿੱਤਾ ਉਹਨੂੰ ਕੋਈ ਨਹੀਂ ਮੇਟ ਸਕਦਾ। ਸਿੱਧ ਸਾਧਕ ਜੀ ਕੋ ਕਹਿ ਕਹਾਏ। ਬੜੇ ਬੜੇ ਸਿੱਧ ਪੁਰਸ਼ ਆਪਣੇ ਆਪ ਨੂੰ ਸੰਪੰਨ ਕਹਾਉਂਦੇ ਵੀ ਅਸੀਂ ਪੂਰਨ। ਬੜੇ ਬੜੇ ਸਿੱਧ ਸਾਧਕ ਆਪਣੇ ਆਪ ਨੂੰ ਸੰਪੂਰਨ, ਕਦੇ ਕਿਸੇ ਨੇ ਕਿਹਾ ਵੀ ਮੈਂ ਅਧੂਰਾ? ਆਖੋ ਸਤਿਨਾਮ। ਅਸੀਂ ਵੀ ਸਾਰੇ ਬੈਠੇ ਆ, ਕਦੇ ਆਪਣੇ ਆਪ ਦੀ ਕਮੀ ਵੇਖਦੇ ਆ ਵੀ ਸਾਡੇ 'ਚ ਕੋਈ ਕਮੀ, ਅਸੀਂ ਵੀ ਕਹਿੰਦੇ ਮੈਂ ਪੂਰਾ। ਘਾਟ ਨਾ ਕੋਊ ਕਹਾਇਆ, ਕਦੇ ਆਪਣੇ ਆਪ ਨੂੰ ਕੋਈ ਘੱਟ ਕਹਾਉਂਦਾ? ਬੜੇ ਬੜੇ ਸਿੱਧ ਤੇ ਸਾਧਕ ਉਹ ਇਹ ਸੋਚਦੇ ਅਸੀਂ ਸੰਪੂਰਨ ਆ, ਅਸੀਂ ਪੂਰਨ ਸਾਧ ਆ। ਅਖੇ ਜੀ ਪੁੱਛੋ ਉਹਨਾਂ ਨੂੰ ਵੀ ਤੁਸੀਂ ਪੂਰਨ ਸਾਧ ਹੋ, ਇਹਦੀ ਕੀ ਨਿਸ਼ਾਨੀ ਹੈ? ਕਹਿੰਦੇ ਜੀ ਆਹ ਵੇਖੋ ਅਸੀਂ ਘਰ ਬਾਹਰ ਛੱਡਿਆ, ਅਸੀਂ ਪੂਰਨ ਸਾਧ ਆ। ਘਰ ਬਾਹਰ ਛੱਡ ਕੇ ਚੇਲੇ ਬਣਾ ਲਏ ਨੇ ਤੇ ਸਾਧ ਕਿਵੇਂ ਹੋ ਗਏ? ਘਰ ਬਾਹਰ ਹੁੰਦਾ ਧੀਆਂ ਪੁੱਤ ਪੈਦਾ ਕਰਦੇ ਨਹੀਂ ਸੀ, ਹੁਣ ਚੇਲੇ ਬਣਾ ਲਏ ਨੇ, ਕਿਵੇਂ ਸਾਧ ਹੋ ਗਏ? ਸਾਧ ਦਾ ਮਤਲਬ ਇਹ ਸੰਬੰਧ ਸਾਧ ਦਾ ਤਾਂ ਨਹੀਂ ਹੈ ਵੀ ਘਰ ਛੱਡ ਦਿਓ ਤਾਂ ਸਾਧ ਹੋ ਜਾਂਦਾ ਕੋਈ। ਆਮ ਕਰਕੇ ਲੋਕਾਂ 'ਚ ਇਹੀ ਸੁਭਾਅ ਹੈ। ਘਰ, ਹਾਂ ਮੈਂ ਇਹ ਵੀ ਖੰਡਨ ਨਹੀਂ ਕਰਦਾ ਵੀ ਜਿਹੜੇ ਘਰ ਛੱਡ ਕੇ ਜਾਣ ਉਹ ਸਾਧ ਹੋ ਨਹੀਂ ਸਕਦੇ, ਗੁਰੂ ਕਿਰਪਾ ਉਹਨਾਂ ਤੇ ਹੋ ਜੇ ਹੋ ਵੀ ਸਕਦੇ, ਪਰ ਜ਼ਰੂਰੀ ਨਹੀਂ। ਘਰ ਵਿੱਚ ਰਹਿ ਕੇ ਵੀ ਤਾਂ ਸਾਧ ਹੋਇਆ ਜਾ ਸਕਦਾ ਹੈ। ਇੱਥੇ ਸਾਹਿਬ ਕਹਿੰਦੇ ਜਿੰਨੇ ਸਿੱਧ ਸਾਧ ਨੇ ਉਹ ਆਪਣੇ ਆਪ ਨੂੰ ਸੰਪੂਰਨ ਹੀ ਕਹਿੰਦੇ। ਸਿੱਧ ਸਾਧਕ ਜੇ ਕੋ ਕਹਿ ਕਹਾਏ, ਉਹ ਆਪਣੇ ਆਪ ਨੂੰ ਸੰਪੂਰਨ ਹੀ ਕਹਿੰਦੇ ਕਹਾਉਂਦੇ ਨੇ। ਭਰਮੇ ਭੁੱਲਾ ਆਵੈ ਜਾਏ, ਪਰ ਅਸਲੀਅਤ ਇਹ ਹੈ ਵੀ ਉਹ ਭਰਮ 'ਚ ਭੁੱਲੇ ਹੋਏ ਨੇ।
ਉਹਨਾਂ ਨੂੰ ਭਰਮ ਹੈ ਕਿ ਅਸੀਂ ਪੂਰੇ ਹਾਂ। ਉਹ ਭਰਮ 'ਚ ਭੁੱਲੇ ਹੋਏ ਨੇ। ਜਦੋਂ ਕਿਸੇ ਨੂੰ ਇਹ ਭਰਮ ਪੈ ਜੇ ਨਾ ਵੀ ਮੈਂ ਪੂਰਾ, ਫਿਰ ਉਹ ਭਰਮ ਕੱਢਣਾ ਔਖਾ ਹੁੰਦਾ। ਆਖੋ ਸਤਿਨਾਮ ਸਤਿ ਵਾਹਿਗੁਰੂ। ਕਿਸੇ ਨੂੰ ਗਿਆਨੀ ਹੋਣ ਦਾ ਭਰਮ ਹੋ ਜਾਏ ਵੀ ਮੈਂ ਗਿਆਨੀ ਹਾਂ, ਉਹਨੂੰ ਫਿਰ ਗਿਆਨ ਦਿੱਤਾ ਨਹੀਂ ਜਾ ਸਕਦਾ, ਕਿਉਂਕਿ ਉਹ ਭਰਮ 'ਚ ਜੀ ਰਿਹਾ ਵੀ ਮੈਂ ਗਿਆਨੀ ਹਾਂ। ਉਹਨੂੰ ਕਹਿੰਦੇ ਨੇ ਭਰਮ ਗਿਆਨੀ। ਭਰਮ ਗਿਆਨੀ ਨੂੰ ਕੋਈ ਵੀ ਗਿਆਨ ਨਹੀਂ ਦੇ ਸਕਦਾ। ਖੁਦ ਬ੍ਰਹਮਾ ਵੀ ਆਵੇ ਜਿਹੜਾ 4 ਵੇਦਾਂ ਦਾ ਉਚਾਰਨ ਕਰਤਾ, ਉਹ ਵੀ ਨਹੀਂ ਸਮਝਾ ਸਕਦਾ ਉਹਨੂੰ, ਕਿਉਂਕਿ ਉਹਨੇ ਮੰਨਣਾ ਹੀ ਨਹੀਂ ਵੀ ਮੈਂ ਗਿਆਨੀ ਆ। ਉਹ ਕਹਿੰਦਾ ਮੈਨੂੰ ਪਤਾ। ਕੋਈ ਸੱਜਣ ਤੁਰਿਆ ਜਾ ਰਿਹਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ, ਅਚਾਨਕ ਉਹਨੂੰ ਭਰਮ ਪੈ ਗਿਆ, ਦਿਸ਼ਾ ਭਟਕ ਗਿਆ। ਅੰਮ੍ਰਿਤਸਰ ਸਾਹਿਬ ਜਾਣ ਦੀ ਬਜਾਏ ਦਿੱਲੀ ਨੂੰ ਮੂੰਹ ਟੁਰ ਪਿਆ। ਕਿਸੇ ਨੇ ਰਸਤੇ 'ਚ ਪੁੱਛ ਲਿਆ ਕਿੱਧਰ ਚੱਲਿਆ? ਕਹਿੰਦਾ ਅੰਮ੍ਰਿਤਸਰ ਸਾਹਿਬ। ਕਹਿੰਦਾ ਇੱਧਰ ਤਾਂ ਦਿੱਲੀ ਆ, ਚੱਲ ਓਏ। ਮੈਂ ਪਹਿਲੀ ਵਾਰੀ ਚੱਲਿਆ, ਮੈਨੂੰ ਪਤਾ ਨਹੀਂ ਰਸਤੇ ਦਾ। ਉਹ ਬੰਦਾ ਜਦੋਂ ਕਿਸੇ ਦੀ ਸੁਣੇਗਾ ਹੀ ਨਹੀਂ, ਮੰਨੇਗਾ ਹੀ ਨਹੀਂ, ਤੇ ਟਿਕਾਣੇ ਤੇ ਵੀ ਨਹੀਂ ਪਹੁੰਚੇਗਾ। ਜਦੋਂ ਉਹਨੂੰ ਇਹ ਭਰਮ ਹੈ ਮੈਂ ਤਾਂ ਗਿਆ ਪਹਿਲਾਂ ਕਈ ਵਾਰੀ, ਮੈਨੂੰ ਰਸਤਾ ਭੁੱਲਿਆ, ਤੈਨੂੰ ਨਹੀਂ ਪਤਾ ਮੈਨੂੰ ਪਤਾ। ਇਹੋ ਜਿਹੇ ਭਰਮ ਗਿਆਨੀ ਜਿਹੜੇ ਨੇ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ। ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਭਰਮ ਗਿਆਨੀ ਨੇ, ਭਰਮੇ ਭੂਲਾ ਆਵੇ ਜਾਏ, ਉਹ ਭਰਮ 'ਚ ਭੁੱਲੇ ਹੋਏ ਆਉਂਦੇ ਜਾਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਹਨ। ਸਤਿਗੁਰ ਸੇਵੈ ਸੋ ਜਨ ਬੂਝੈ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਇਸ ਗੱਲ ਨੂੰ ਬੁੱਝ ਲੈਂਦੇ, ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਜਾਂਦੀ ਹੈ। ਹਉਮੈ ਮਾਰੇ ਤਾਂ ਦਰ ਸੂਝੈ। ਉਹ ਆਪਣੇ ਹਿਰਦੇ 'ਚ ਹਉਮੈ ਨੂੰ ਮਾਰ ਲੈਂਦੇ ਐ, ਤੇ ਹਉਮੈ ਨੂੰ ਮਾਰ ਕੇ ਪਰਮੇਸ਼ਰ ਦੇ ਘਰ ਦਰ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਇਕਸ ਤੇ ਸਭ ਦੂਜਾ ਹੁਆ। ਪਾਤਸ਼ਾਹ ਕਹਿੰਦੇ ਇੱਕ ਅਕਾਲ ਪੁਰਖ ਤੋਂ ਹੀ ਆ ਦੂਜਾ ਸੰਸਾਰ ਹੋਇਆ। ਆਖੋ ਸਤਿਨਾਮ। ਇੱਕ ਤੋਂ ਹੀ ਦੋ ਹੋਇਆ ਨਾ, ਇੱਕ ਤੋਂ ਹੀ ਇਹ ਦੂਜਾ ਸੰਸਾਰ ਹੋਇਆ। ਇਕਸ ਤੇ ਸਭ ਦੂਜਾ ਹੁਆ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਹੀ ਇਹ ਸਭ ਦੂਜਾ ਪਸਾਰਾ ਪੈਦਾ ਹੋਇਆ ਹੈ। ਇੱਕੋ ਵਰਤੈ ਅਵਰ ਨ ਬੀਆ। ਇੱਕ ਹੀ ਵਰਤ ਰਿਹਾ ਸਾਰਿਆਂ ਵਿੱਚ, ਉਹਦੇ ਤੋਂ ਬਿਨਾਂ ਅਵਰ ਨਾ ਬੀਆ, ਕੋਈ ਦੂਜਾ ਹੋਰ ਨਹੀਂ ਹੈ। ਇੱਕੋ ਹੀ ਵਰਤ ਰਿਹਾ, ਇੱਕ ਤੋਂ ਹੀ ਪੈਦਾ ਹੋਇਆ ਸਭ ਕੁਝ, ਔਰ ਇੱਕ ਹੀ ਸਾਰਿਆਂ ਵਿੱਚ ਵਿਆਪਕ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਅਵਰ ਨਾ ਬੀਆ, ਹੋਰ ਕੋਈ ਦੂਜਾ ਨਹੀਂ। ਇੱਕ ਦੇ ਵਿੱਚ ਅਸੀਂ ਅਨੇਕਤਾ ਦੀ ਕਲਪਨਾ ਕਰ ਲਈ ਹੈ, ਇੱਕ ਵਿੱਚ ਅਨੇਕ ਦੀ ਕਲਪਨਾ ਕਰ ਲਈ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਅਗਿਆਨਤਾ ਦਾ ਹਨੇਰਾ ਹੋਣ ਕਰਕੇ, ਅੰਨੇ ਹੋਣ ਕਰਕੇ ਅੰਦਾਜ਼ੇ ਵੱਖੋ ਵੱਖਰੇ ਲਾ ਲਏ। ਮੈਂ ਅੱਗੇ ਵੀ ਇੱਕ ਉਦਾਹਰਣ ਕਈ ਵਾਰੀ ਦੱਸਦਾ ਹਾਂ। ਅੰਨਿਆਂ ਦਾ ਪਿੰਡ ਸੀ, ਉਸ ਪਿੰਡ 'ਚ ਇੱਕ ਆਇਆ ਹਾਥੀ। ਮਾਵਤ ਨੇ ਆਵਾਜ਼ ਮਾਰੀ, ਆਓ ਪਿੰਡ ਦੇ ਲੋਕੋ ਹਾਥੀ ਵੇਖ ਲੋ। ਉਹ ਕਹਿੰਦੇ ਅਸੀਂ ਤਾਂ ਅੰਨੇ ਆ, ਕਿਵੇਂ ਵੇਖੀਏ? ਕਹਿੰਦੇ ਛੂ ਕੇ ਤਾਂ ਵੇਖ ਸਕਦੇ ਹੋ। ਕਹਿੰਦੇ ਇਹ ਵੀ ਠੀਕ ਹੈ, ਅੰਨੇ ਦੀਆਂ ਅੱਖਾਂ ਤਾਂ ਹਾਥੀ ਹੁੰਦੇ ਨੇ, ਹੱਥਾਂ ਨਾਲ ਹੀ ਅੰਦਾਜ਼ਾ ਲਾਉਣਾ ਕੈਸਾ ਹੈ। ਇੱਕ ਨੇ ਸੁੰਡ ਫੜੀ, ਕਹਿੰਦਾ ਹਾਥੀ ਤਾਂ ਇਉਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਦਰਖਤ ਦੀ ਟਹਿਣੀ ਹੋਵੇ, ਲਗਰ ਹੋਵੇ। ਇੱਕ ਨੇ ਕੰਨ ਫੜੇ, ਕਹਿਣ ਲੱਗਾ ਹਾਥੀ ਇਉਂ ਹੈ ਜਿਵੇਂ ਦਾਣੇ ਛੱਟਣ ਵਾਲਾ ਛੱਜ ਹੁੰਦਾ। ਇੱਕ ਨੇ ਉਹਦੀਆਂ ਲੱਤਾਂ ਪਕੜ ਕੇ ਵੇਖੀਆਂ ਤੇ ਕਹਿਣ ਲੱਗਾ ਹਾਥੀ ਇਉਂ ਹੈ ਜਿਵੇਂ ਆਪਣੇ ਘਰਾਂ ਵਿੱਚ ਥੰਮ ਬਣੇ ਹੁੰਦੇ। ਇੱਕ ਨੇ ਪੂੰਛ ਫੜੀ ਤੇ ਕਹਿਣ ਲੱਗਾ ਹਾਥੀ ਇਉਂ ਹੈ ਜਿਵੇਂ ਕੋਈ ਲੱਜ ਹੋਵੇ, ਕੋਈ ਰੱਸੀ ਹੋਵੇ, ਪਰ ਰੱਸੀ ਦੇ ਉੱਤੇ ਵਾਲ ਲੱਗੇ ਹੋਏ ਨੇ। ਇੱਕ ਨੇ ਚਮੜਾ ਵੇਖਿਆ ਪਕੜ ਕੇ, ਉਹ ਕਹਿਣ ਲੱਗਾ ਹਾਥੀ ਉਹ ਹੁੰਦਾ ਜਿਵੇਂ ਕੱਪੜੇ ਧੋਣ ਵਾਲਾ ਪਟੜਾ ਹੁੰਦਾ।
ਹਾਥੀ ਵਾਲਾ ਤਾਂ ਚਲਾ ਗਿਆ। ਜਦੋਂ ਇਹ ਬਾਅਦ ਚ ਇਕੱਠੇ ਹੋਏ, ਜਿਹਨੇ ਕੰਨ ਫੜੇ ਸੀ ਉਹ ਕਹਿੰਦਾ ਹਾਥੀ ਛੱਜ ਵਰਗਾ, ਜਿਹਨੇ ਪੂੰਛ ਫੜੀ ਸੀ ਉਹ ਕਹਿੰਦਾ ਹਾਥੀ ਲੱਜ ਵਰਗਾ। ਉਹ ਕਹਿੰਦਾ ਨਹੀਂ ਤੂੰ ਝੂਠ ਬੋਲਦਾ। ਉਹ ਕਹਿੰਦਾ ਤੂੰ ਝੂਠ ਬੋਲਦਾ, ਮੈਂ ਆਪ ਫੜ ਕੇ ਵੇਖਿਆ। ਸਾਰੇ ਲੜੀ ਜਾਣ, ਲੜ ਲੜ ਕੇ ਫਾਵੇ ਹੋ ਗਏ। ਇੱਕ ਕਹੇ ਨਹੀਂ ਰੱਸੀ ਵਰਗਾ, ਦੂਜਾ ਕਹੇ ਨਹੀਂ ਥੰਮ ਵਰਗਾ, ਤੀਜਾ ਕਹੇ ਨਹੀਂ ਧੋਬੀ ਦੇ ਪਟੜੇ ਵਰਗਾ। ਲੜੀ ਜਾਣ। ਦੋ ਤਿੰਨ ਸੱਜਣ ਕਿਤੇ ਪਿੰਡੋਂ ਬਾਹਰ ਗਏ ਸੀ, ਹੈ ਸੀ ਉਹ ਵੀ ਅੰਨੇ। ਉਹ ਆਏ, ਉਹਨਾਂ ਨੇ ਆ ਕੇ ਮਸਲਾ ਸ਼ਾਂਤ ਕੀਤਾ ਵੀ ਕੀ ਗੱਲ। ਕਹਿੰਦੇ ਜੀ ਆਹ ਗੱਲ ਹੈ। ਕਹਿੰਦੇ ਹੁਣ ਹਾਥੀ ਆਉਣਾ ਦੁਬਾਰਾ? ਕਹਿੰਦੇ ਹਾਂ 2 ਦਿਨਾਂ ਬਾਅਦ ਦੁਬਾਰਾ ਆਉਣਾ। ਕਹਿੰਦੇ ਆਪਾਂ ਮਹਾਵਤ ਨੂੰ ਹੀ ਪੁੱਛ ਲਾਂਗੇ, ਆਪਣੀ ਲੜਾਈ ਮਿਟ ਜੇ। 2 ਕੁ ਦਿਨਾਂ ਬਾਅਦ ਉਹ ਹਾਥੀ ਵਾਲਾ ਫਿਰ ਆਇਆ। ਉਹਨਾਂ ਆਖਿਆ ਉਹ ਤੂੰ ਚੰਗਾ ਬੰਦਾ, ਸਾਡੇ ਪਿੰਡ 'ਚ ਲੜਾਈ ਪਵਾ ਗਿਆ ਵੀ ਅਸੀਂ ਤਾਂ ਲੜ ਲੜ ਫਾਵੇ ਹੋ ਗਏ। ਉਹ ਕਹਿੰਦਾ ਕੀ ਗੱਲ? ਕਹਿੰਦਾ ਆਹ ਗੱਲ ਹੈ, ਹਾਥੀ ਰੱਸੀ ਵਰਗਾ ਹੈ, ਦੂਜਾ ਕਹਿੰਦਾ ਛੱਜ ਵਰਗਾ ਹੈ, ਤੀਜਾ ਕਹਿੰਦਾ ਪਟੜੇ ਵਾਂਗੂ ਹੈ ਧੋਬੀ ਦੇ। ਤੂੰ ਸਾਰਿਆਂ ਦੇ ਅੰਦਾਜ਼ੇ ਵੱਖੋ ਵੱਖਰੇ ਨੇ। ਉਹ ਕਹਿਣ ਲੱਗਾ ਵੀ ਤੁਸੀਂ ਸਾਰੇ ਹੀ ਸੱਚ ਹੋ। ਲੜਾਈ ਹੋ ਰਹੀ ਹੈ ਅੰਨੇ ਹੋਣ ਕਰਕੇ, ਕਿਉਂਕਿ ਲੜਾਈ ਹੁੰਦੀ ਅੰਨਿਆਂ ਦੀ ਹੈ। ਜਿਨ੍ਹਾਂ ਨੂੰ ਸੋਝੀ ਆ ਜੇ, ਜਿਨ੍ਹਾਂ ਨੂੰ ਦਿਸਦਾ ਹੋਵੇ, ਲੜਾਈ ਉਹਨਾਂ ਦੀ ਨਹੀਂ ਹੁੰਦੀ। ਲੜਾਈ ਹੁੰਦੀ ਅੰਨਿਆਂ ਦੀ ਹੈ। ਜਦੋਂ ਤੱਕ ਬੰਦਾ ਅਵਿਦਿਆ ਵਿੱਚ ਹੈ, ਹਨੇਰੇ ਵਿੱਚ ਹੈ, ਲੜਦਾ ਉਦੋਂ ਤਾਈਂ। ਉਹ ਕਹਿਣ ਲੱਗਾ ਵੀ ਠਹਿਰੋ। ਉਹ ਕਹਿੰਦੇ ਫਿਰ ਤੂੰ ਫੈਸਲਾ ਕਰ। ਇੱਕ ਬੋਲਿਆ, ਕਹਿਣ ਲੱਗਾ ਹਾਥੀ ਲੱਜ ਵਰਗਾ ਨਹੀਂ? ਕਹਿੰਦਾ ਹਾਂ ਬਿਲਕੁਲ ਲੱਜ ਵਰਗਾ ਹੀ ਹੈ, ਜਿਹਨੇ ਪੂੰਛ ਫੜੀ ਸੀ। ਇੱਕ ਨੇ ਆਖਿਆ ਹਾਥੀ ਛੱਜ ਵਰਗਾ ਨਹੀਂ? ਕਹਿੰਦਾ ਹਾਂ। ਮਹਾਵਤ ਕਹਿੰਦਾ ਬਿਲਕੁਲ ਛੱਜ ਵਰਗਾ ਹੀ ਹੈ। ਉਹ ਕਹਿੰਦਾ ਸਾਰੇ ਕਿਵੇਂ ਸੱਚ ਹੋ ਸਕਦੇ ਨੇ? ਕਹਿੰਦੇ ਤੁਹਾਡੀ ਜੋ ਜੋ ਪਕੜ ਵਿੱਚ ਆਇਆ ਤੁਸੀਂ ਉਸ ਤਰ੍ਹਾਂ ਕਹਿ ਦਿੱਤਾ, ਕਿਉਂਕਿ ਅੰਨੇ ਸੀ। ਜਦੋਂ ਆਪਣੀਆਂ ਅੱਖਾਂ ਦਾ ਇਲਾਜ ਕਰ ਲੋਗੇ ਦਿਸਣ ਲੱਗ ਪਏਗਾ। ਇਹ ਜਿਹੜੀਆਂ ਹੁਣ ਤੁਸੀਂ ਵੱਖਰੀਆਂ ਵੱਖਰੀਆਂ ਬਿਰਤੀਆਂ ਬਣਾ ਲਈਆਂ ਨੇ, ਵੱਖਰੇ ਵੱਖਰੇ ਹਾਥੀ ਬਣਾ ਲਏ ਨੇ, ਅਨੇਕ ਹਾਥੀ ਬਣਾ ਲਏ ਨੇ, ਫਿਰ ਇਸ ਅਨੇਕਤਾ ਵਿੱਚ ਵੀ ਤੁਹਾਨੂੰ ਇੱਕੋ ਹੀ ਨਜ਼ਰ ਆਉਣ ਲੱਗ ਪਵੇਗਾ। ਪਰ ਜਦੋਂ ਤੱਕ ਅੰਨੇ ਹੋ ਉਦੋਂ ਇੱਕ ਵੀ ਅਨੇਕ ਨਜ਼ਰ ਆਵੇਗਾ। ਇਹ ਜਿਹੜੇ ਵੱਖਰੇ ਵੱਖਰੇ ਰੱਬ ਕਲਪੇ ਨੇ ਸਾਰਿਆਂ ਨੇ, ਆਹ ਸਾਡਾ ਰੱਬ ਆ, ਤੁਹਾਡਾ ਰੱਬ ਆ, ਸਾਡਾ ਪਰਮੇਸ਼ਰ ਹੈ, ਤੁਹਾਡਾ ਪਰਮੇਸ਼ਰ ਹੈ। ਅਗਿਆਨਤਾ ਦੇ ਹਨੇਰੇ ਵਿੱਚ ਸਭ ਨੇ ਵੱਖੋ ਵੱਖਰੇ ਕਲਪੇ ਹੋਏ ਨੇ। ਬ੍ਰਹਮ ਗਿਆਨ ਦੇ ਚਾਨਣੇ ਵਿੱਚ ਜਿਨ੍ਹਾਂ ਦੀਆਂ ਅੱਖਾਂ ਸੁਰਜੀਤ ਹੋ ਗਈਆਂ, ਉਹ ਫਿਰ ਉਸ ਅਨੇਕਤਾ ਵਿੱਚ ਵੀ ਇੱਕ ਨੂੰ ਵੇਖ ਕੇ ਕਹਿੰਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾਏ। ਕੋਈ ਉਹਨੂੰ ਗੁਸਾਈ ਕਹਿੰਦਾ ਤੇ ਕੋਈ ਅੱਲਾ, ਤੇ ਉਹੀ ਉਹਨੂੰ ਕੋਈ ਰਾਮ ਕਹਿੰਦਾ ਤੇ ਕੋਈ ਖੁਦਾ ਕਹਿੰਦਾ। ਇੱਕੋ ਹੀ ਨਿਰੰਕਾਰ ਪਰਮੇਸ਼ਰ ਦੇ ਬੇਅੰਤ ਨਾਮ ਨੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਏਕੋ ਵਰਤੈ ਅਵਰ ਨਾ ਬੀਆ। ਇੱਕੋ ਹੀ ਵਰਤ ਰਿਹਾ ਸਰਬ ਥਾਵਾਂ ਤੇ, ਉਸ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਅਵਰ ਨਾ ਬੀਆ, ਬੀਆ ਕਹਿੰਦੇ ਨੇ ਦੂਜੇ ਨੂੰ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਦੂਜੇ ਤੇ ਜੇ ਕੋ ਜਾਣੈ। ਕਹਿੰਦੇ ਜੇ ਕੋਈ ਦੂਜੇ ਤੇ ਜੇ ਇੱਕੋ ਜਾਣੈ, ਜਿਹੜੇ ਦ્વੈਸ਼ ਭਾਵ ਤੋਂ ਰਹਿਤ ਹੋ ਕੇ ਇੱਕ ਨੂੰ ਜਾਣ ਲੈਂਦੇ ਹਨ। ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ। ਉਹ ਗੁਰੂ ਦੇ ਸ਼ਬਦ ਦੁਆਰਾ ਪਰਮੇਸ਼ਰ ਦੇ ਘਰ 'ਚ ਪ੍ਰਵਾਨ ਹੋ ਜਾਂਦੇ। ਨਿਸ਼ਾਨਾ ਦਾ ਮਤਲਬ ਹੁੰਦਾ ਪ੍ਰਵਾਨ ਹੋ ਜਾਣਾ। ਉਹ ਅਕਾਲ ਪੁਰਖ ਦੇ ਘਰ 'ਚ ਪ੍ਰਵਾਨ ਹੋ ਜਾਂਦੇ ਹਨ। ਸਤਿਗੁਰ ਭੇਟੇ ਤਾਂ ਏਕੋ ਪਾਏ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਜਾਣ ਉਹੀ ਇੱਕ ਨੂੰ ਪ੍ਰਾਪਤ ਕਰਦੇ ਨੇ। ਅਨੇਕਤਾ ਵਿੱਚ ਇੱਕ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਨੇ ਜਿਹੜੇ ਸਤਿਗੁਰਾਂ ਨੂੰ ਮਿਲ ਜਾਣ। ਵਿੱਚ ਹੋ ਦੂਜਾ ਠਾਕੁਰ ਹਾਏ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਗਏ
ਉਹਨਾਂ ਦੇ ਵਿੱਚੋਂ ਦੂਜਾ ਭਾਵ ਦੂਰ ਹੋ ਜਾਂਦਾ ਹੈ। ਉਹ ਆਪਣੇ ਹਿਰਦੇ ਚੋਂ ਦੂਜੇ ਭਾਵ ਨੂੰ ਦੁਬਦਾ ਨੂੰ ਰੋਕ ਦਿੰਦੇ ਹਨ। ਜਿਸ ਦਾ ਸਾਹਿਬ ਡਾਢਾ ਹੋਏ। ਜਿਸ ਦਾ ਸਾਹਿਬ ਡਾਢਾ ਹੋਏ। ਡਾਢਾ ਦਾ ਮਤਲਬ ਹੁੰਦਾ ਬਲੀ। ਜਿਸ ਦਾ ਸਾਹਿਬ ਡਾਢਾ ਹੋਏ। 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 ਦਾ ਸਾਹਿਬ ਡਾਢਾ ਹੋਏ। ਜਿਸ ਦਾ ਸਾਹਿਬ ਡਾਢਾ ਹੋਏ। ਡਾਢਾ ਦਾ ਮਤਲਬ ਹੁੰਦਾ ਬਲੀ। ਜਿਹਦਾ ਸਾਹਿਬ ਬਲੀ ਹੋਵੇ, ਸਿਰ ਤੇ ਮਾਲਕ ਬਲੀ ਹੋਵੇ, ਤਿਸ ਨੂੰ ਮਾਰ ਨ ਸਕੈ ਕੋਈ। ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਮਾਰ ਨਹੀਂ ਸਕਦਾ। ਕਿਹਦੇ ਚ ਇੰਨੀ ਤਾਕਤ ਵੀ ਉਹਦੀ ਵਾਹ ਵੱਲ ਵੀ ਕੋਈ ਵੇਖ ਸਕੇ? ਤਿਸ ਨੂੰ ਮਾਰ ਨ ਸਕੈ ਕੋਏ। 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 ਉਹਨੂੰ ਕੋਈ ਮਾਰ ਨਹੀਂ ਸਕਦਾ ਜਿਸ ਦਾ ਸਾਹਿਬ ਬਲੀ ਹੋਵੇ। ਸਾਹਿਬ ਕੀ ਸੇਵਕ ਰਹਿ ਸਰਨਾਈ। ਕਿਉਂਕਿ ਜਿਹੜਾ ਸੇਵਕ ਹੈ ਆਪਣੇ ਐਸੇ ਸਾਹਿਬ ਦੀ ਸ਼ਰਨ 'ਚ ਰਹਿੰਦਾ ਹੈ। ਜਿਹੜਾ ਬੜਾ ਬਲੀ ਹੈ ਉਹਦੀ ਸ਼ਰਨ 'ਚ ਰਹਿੰਦਾ ਹੈ। ਹਾਂਜੀ, ਆਪੇ ਬਖਸ਼ੇ ਦੀ ਵਡਿਆਈ। ਵਾਹਿਗੁਰੂ ਆਪ ਹੀ ਆਪਣਿਆਂ ਸੇਵਕਾਂ ਨੂੰ ਬਖਸ਼ਦਾ ਤੇ ਬਖਸ਼ ਕੇ ਵਡਿਆਈਆਂ ਦਿੰਦਾ ਹੈ। ਤਿਸ ਤੇ ਉੱਪਰ ਨਹੀਂ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਉੱਪਰ ਹੋਰ ਕੋਈ ਨਹੀਂ ਹੈ। ਕੌਣ ਡਰੈ ਡਰ ਕਿਸ ਕਾ ਹੋਏ। ਜੇ ਉਹਦੇ ਤੋਂ ਵੱਡਾ ਉੱਚਾ ਕੋਈ ਹੋਰ ਹੈ ਹੀ ਨਹੀਂ ਤੇ ਫਿਰ ਕੌਣ ਡਰੇ ਤੇ ਡਰ ਕਿਹਦਾ ਹੋਵੇ? ਉਹਦੇ ਤੋਂ ਕੋਈ ਵੱਡਾ ਹੋਵੇਗਾ ਤੇ ਉਹਦਾ ਡਰ ਹੋਵੇ ਨਾ। ਜੇ ਸਭ ਤੇ ਵੱਡਾ ਸਤਿਗੁਰੂ ਨਾਨਕ ਹੈ ਤਾਂ ਫਿਰ ਕਿਸੇ ਹੋਰ ਦਾ ਭੈ ਰੱਖਣ ਦੀ, ਡਰ ਰੱਖਣ ਦੀ ਕੀ ਲੋੜ ਭਾਈ? ਉਹਦੇ ਤੋਂ ਕੋਈ ਵੱਡਾ ਹੋਵੇਗਾ ਤਾਂ ਡਰ ਹੋਵੇਗਾ ਨਾ। ਜੇ ਉਹਦੇ ਤੋਂ ਕੋਈ ਵੱਡਾ ਹੈ ਹੀ ਨਹੀਂ ਤਾਂ ਫਿਰ ਕਿਸ ਦਾ ਡਰ ਹੈ? ਗੁਰਮਤਿ ਸਾਤ ਵਸੈ ਸਰੀਰ। ਜਿਹੜੇ ਗੁਰੂ ਕੀ ਮੱਤ ਲੈਣ ਵਾਲੇ ਨੇ ਉਹਨਾਂ ਦੇ ਹਿਰਦਿਆਂ 'ਚ ਸ਼ਾਂਤੀ ਤੇ ਧੀਰਜ ਵਸ ਜਾਂਦਾ ਹੈ। ਸ਼ਬਦ ਤੀਨ ਫਿਰ ਲੱਗੈ ਨਾ ਪੀਰ। ਜਿਹੜੇ ਸਤਿਗੁਰਾਂ ਦੇ ਸ਼ਬਦ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਜਨਮ ਮਰਨ ਦੀ ਪੀੜਾ ਨਹੀਂ ਵਿਆਪਦੀ। ਆਵੇ ਨ ਜਾਈ ਨਾ ਦੁਖ ਪਾਈ। ਉਹ ਨਾ ਆਉਂਦੇ ਨੇ ਨਾ ਜਾਂਦੇ ਨੇ, ਨਾ ਹੀ ਜਨਮ ਮਰਨ ਦਾ ਦੁੱਖ ਪਾਉਂਦੇ ਹਨ। ਨਾਮੇ ਰਾਤੇ ਸਹਿਜ ਸਮਾਈ। ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਉਹ ਸਹਿਜ 'ਚ ਸਮਾ ਜਾਂਦੇ ਹਨ। ਨਾਨਕ ਗੁਰਮੁਖ ਵੇਖੈ ਹਦੂਰ। ਮਨਮੁਖ ਕਹਿੰਦਾ ਰੱਬ ਹੈ ਹੀ ਨਹੀਂ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਹਰ ਵੇਲੇ ਹੀ ਸਾਡੇ ਕੋਲ ਰਹਿੰਦਾ। ਉਹ ਹਰ ਵੇਲੇ ਪਰਮੇਸ਼ਰ ਨੂੰ ਆਪਣੇ ਹਜੂਰ ਹਾਜ਼ਰਾਂ ਹਜੂਰ ਵੇਖਦੇ ਹਨ। ਮੇਰਾ ਪ੍ਰਭ ਸਦ ਰਹਿਆ ਭਰਪੂਰ। ਮੇਰਾ ਪ੍ਰਭੂ ਸਦਾ ਹੀ ਸਾਰਿਆਂ 'ਚ ਭਰਪੂਰ ਹੈ, ਰਮਿਆ ਹੋਇਆ ਹੈ। ਇੱਕ ਸੇਵਕ ਇੱਕ ਭਰਮ ਭੁਲਾਏ। ਇੱਕ ਸਤਿਗੁਰਾਂ ਦੇ ਸੇਵਕ ਨੇ, ਇੱਕ ਭਰਮ 'ਚ ਭੁੱਲੇ ਹੋਏ ਨੇ ਸੰਸਾਰ ਦੇ ਲੋਕ। ਆਪੇ ਕਰੇ ਹਰਿ ਆਪ ਕਰਾਏ। ਹਰੀ ਆਪ ਹੀ ਕਰਨ ਵਾਲਾ ਹੈ ਤੇ ਜੇ ਕਿਸੇ ਜੀਵ ਦੇ ਕੋਲੋਂ ਵੀ ਕੋਈ ਜੀਵ ਵੀ ਕੋਈ ਕਰ ਰਿਹਾ ਤੇ ਉਹਦੇ ਕੋਲੋਂ ਵੀ ਪ੍ਰਮਾਤਮਾ ਹੀ ਕਰਾ ਰਿਹਾ ਹੈ। ਏਕੋ ਵਰਤੈ ਅਵਰ ਨ ਕੋਈ। ਇੱਕੋ ਹੀ ਵਰਤ ਰਿਹਾ ਸਰਬ ਥਾਵਾਂ ਤੇ ਉਸ ਤੋਂ ਬਿਨਾਂ ਕੋਈ ਦੂਜਾ ਨਹੀਂ। ਮਨ ਰੋਸ ਕੀਜੈ ਜੇ ਦੂਜਾ ਹੋਏ। ਇਹ ਮਨਾ ਤੂੰ ਰੋਸ ਤਾਂ ਕਰ ਜੇ ਰੱਬ ਤੋਂ ਬਿਨਾਂ ਕੋਈ ਦੂਜਾ ਕਰਤਾ ਹੋਵੇ। ਤੂੰ ਤਾਂ ਰੋਸ ਕਰੇ, ਗੁੱਸਾ ਤਾਂ ਕਰੇ ਜੇ ਰੱਬ ਤੋਂ ਬਿਨਾਂ ਕੋਈ ਦੂਜਾ ਹੋਵੇ। ਜੇ ਕਰਨ ਕਰਾਉਣ ਵਾਲਾ ਹੀ ਉਹੀ ਹੈ
ਤੇ ਫਿਰ ਕਾਹਦਾ ਰੋਸ ਕਰਨਾ। ਸਤਿਗੁਰ ਸੇਵ ਕਰਨੀ ਸਾਰੀ, ਗੁਰਮੁਖ ਸਤਿਗੁਰਾਂ ਦੀ ਸੇਵਾ ਕਰਕੇ ਚੰਗੇ ਕਰਮ ਕਰਦੇ ਹਨ। ਦਰ ਸਾਚੈ ਸਾਚੇ ਵਿਚਾਰੀ, ਸੱਚੇ ਦੀ ਵਿਚਾਰ ਕਰਕੇ ਉਹ ਸੱਚੇ ਦੇ ਦਰ ਤੇ ਜਾਂਦੇ ਹਨ। ਤਿਤੀ ਵਾਰ ਸਭ ਸ਼ਬਦ ਸੁਹਾਈ, ਲੋਕ ਕਹਿੰਦੇ ਜੀ ਫਲਾਣੀ ਤਰੀਕ ਚੰਗੀ ਆ, ਫਲਾਣੀ ਮਾੜੀ ਆ, ਫਲਾਣਾ ਵਾਰ ਚੰਗਾ, ਫਲਾਣਾ ਮਾੜਾ। ਮਹਾਰਾਜ ਜੀ ਕਹਿੰਦੇ ਸਾਰੀਆਂ ਥਿੱਥਾਂ, ਸਾਰੀਆਂ ਤਰੀਕਾਂ, ਸਾਰੇ ਵਾਰ ਭਲੇ ਨੇ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ, ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਹੋ। ਫਿਰ ਸਾਰੀਆਂ ਤਿੱਥਾਂ ਚੰਗੀਆਂ, ਸਾਰੀ ਵਾਰ ਚੰਗੇ। ਸਤਿਗੁਰ ਸੇਵੇ ਤਾਂ ਫਲ ਪਾਏ, ਜੇ ਸਤਿਗੁਰਾਂ ਨੂੰ ਸੇਵੋਗੇ ਤਾਂ ਫਲ ਪ੍ਰਾਪਤ ਹੋਣਾ। ਤਿੱਥਾਂ ਵਾਰਾਂ ਨੂੰ ਪੂਜ ਕੇ ਨਹੀਂ ਤੁਹਾਨੂੰ ਫਲ ਦੀ ਪ੍ਰਾਪਤੀ ਹੋਣੀ, ਸਤਿਗੁਰਾਂ ਦੀ ਸੇਵਾ ਕਰਕੇ ਫਲ ਪ੍ਰਾਪਤ ਹੋਣੇ ਹਨ। ਤਿਤੀ ਵਾਰ ਸਭ ਆਵਹਿ ਜਾਏ, ਇਹ ਥਿੱਤਾਂ ਤੇ ਵਾਰ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ। ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਏ, ਜਿਹੜਾ ਸਦਾ ਰਹਿਣ ਵਾਲਾ ਹੈ ਉਹ ਹੈ ਗੁਰੂ ਕਾ ਸ਼ਬਦ। ਨਿਹਚਲ ਜੋ ਚਲਾਏ ਮਾਨ ਨਹੀਂ ਹੁੰਦਾ, ਜਿਹੜੇ ਉਸ ਸ਼ਬਦ ਨਾਲ ਜੁੜਦੇ ਨੇ ਉਹ ਸੱਚ 'ਚ ਸਮਾ ਜਾਂਦੇ ਹਨ। ਤਿਤੀ ਵਾਰ ਤਾਂ ਜਾ ਸੱਚ ਰਾਤੇ, ਕਹਿੰਦੇ ਥਿੱਥਾਂ ਵਾਰ ਤਾਂ ਭਲੇ ਨੇ ਜੇ ਸੱਚ 'ਚ ਰੱਤੇ ਹੋਏ ਹੋ। ਬਿਨ ਨਾਮੈ ਸਭ ਭਰਮ ਹੈ ਕਾਚੇ, ਜਿਹੜੇ ਕੱਚੇ ਪਿੱਲੇ ਨੇ ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਰਮਦੇ ਹੀ ਰਹਿੰਦੇ ਹਨ। ਮਨ ਮੁਖ ਮਰਹੀ ਮਰ ਬਿਕਤੀ ਜਾਏ, ਕਹਿੰਦੇ ਜਿਹੜੇ ਮਨਮੁਖ ਨੇ ਮਰ ਮਰ ਕੇ ਦੁਬਾਰਾ ਮਰਦੇ ਆ, ਜਮ ਜਮ ਕੇ ਮਰਦੇ ਆ। ਔਰ ਬੇਗਤੀ ਦਾ ਮਤਲਬ ਹੁੰਦਾ ਵੀ ਖੁਆਰ ਹੀ ਹੁੰਦੇ ਰਹਿੰਦੇ ਹਨ। ਏਕ ਨ ਚੇਤੈ ਦੂਜੈ ਲੁਭਾਏ, ਉਹ ਇੱਕ ਦਾ ਚਿੰਤਨ ਨਹੀਂ ਕਰਦੇ, ਦੂਜੇ ਭਾਵ ਵਿੱਚ ਦੁਬਦਾ ਚ ਦਵੈਸ਼ ਵਿੱਚ ਲੱਗੇ ਹੋਏ ਨੇ ਮਨਮੁਖ। ਅਚੇਤ ਪਿੰਡੀ ਅਗਿਆਨ ਅੰਧਾਰ, ਉਹਨਾਂ ਦੇ ਪਿੰਡਾਂ ਵਿੱਚ ਯਾਨੀ ਕਿ ਸਰੀਰਾਂ 'ਚ ਅਚੇਤ ਪੁਣਾ ਹੈ, ਉਹ ਅਗਿਆਨੀ ਨੇ ਤੇ ਅੰਧਕਾਰ ਵਿੱਚ ਰਹਿੰਦੇ ਹਨ। ਬਿਨ ਸਮਝੈ ਕਿਉ ਪਾਏ ਪਾਰ, ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਕਿਵੇਂ ਉਹਨਾਂ ਦਾ ਪਾਰ ਉਤਾਰਾ ਹੋਵੇ। ਆਪੋ ਪਾਏ ਉਪਾਮਣ ਹਾਰ, ਵਾਹਿਗੁਰੂ ਆਪ ਹੀ ਪੈਦਾ ਕਰਦਾ ਤੇ ਆਪ ਹੀ ਪੈਦਾ ਕਰਨ ਵਾਲਾ ਹੈ। ਆਪੇ ਕੀ ਤੋਨ ਗੁਰ ਵਿਚਾਰ, ਆਪ ਹੀ ਜਿਹਨੂੰ ਗੁਰੂ ਵਿਚਾਰ ਬਖਸ਼ਦਾ ਉਹ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਕਰਦੇ ਤੇ ਸੁਣਦੇ ਹਨ। ਬਹੁਤੇ ਭੇਖ ਕਰੇ ਭੇਖ ਧਾਰੇ, ਇਹ ਸੰਸਾਰ 'ਚ ਭੇਖੀ ਬੜੇ ਨੇ, ਕਲਯੁਗ ਦਾ ਸਮਾਂ ਪਖੰਡੀ ਬੜੇ ਨੇ, ਜਿਹੜੇ ਭੇਖੀ ਹੋ ਕੇ ਕਈ ਤਰ੍ਹਾਂ ਦੇ ਭੇਖ ਬਣਾ ਬਣਾ ਕੇ ਫਿਰਦੇ ਹਨ। ਭਵ ਭਵ ਭਰਮੈ ਕਾਚੇ ਸਾਰੇ, ਜਿਹੜੇ ਕੱਚੇ ਪਿੱਲੇ ਹੁੰਦੇ ਨੇ ਉਹਨਾਂ ਭੇਖੀਆਂ ਨੂੰ ਵੇਖ ਕੇ ਭਰਮ ਜਾਂਦੇ ਆ। ਭੇਖੀ ਬੜੇ ਨੇ ਸੰਸਾਰ 'ਚ, ਕਈ ਤਰ੍ਹਾਂ ਦੇ ਭੇਖ ਬਣਾ ਕੇ ਫਿਰਦੇ ਨੇ। ਜਿਹੜੇ ਕੱਚੇ ਪਿੱਲੇ ਹੁੰਦੇ ਆ, ਜਿਨ੍ਹਾਂ ਦੀ ਸੁਰਤ ਕੱਚ ਪਿੱਚ ਦੇ ਵਿੱਚ ਲੱਗੀ ਹੁੰਦੀ ਹੈ, ਉਹਨਾਂ ਭੇਖੀਆਂ ਨੂੰ ਵੇਖ ਕੇ ਉਹ ਭਵਦੇ ਰਹਿੰਦੇ, ਭਰਮਦੇ ਰਹਿੰਦੇ ਹਨ। ਇੱਥੇ ਸੁਖ ਨ ਆਗੈ ਹੋਏ, ਇਦਾਂ ਦਿਆਂ ਲੋਕਾਂ ਨੂੰ ਨਾ ਇੱਥੇ ਸੁੱਖ ਮਿਲਦਾ, ਨਾ ਅੱਗੇ ਪ੍ਰਮਾਤਮਾ ਦੇ ਘਰ 'ਚ ਜਾ ਕੇ ਸੁੱਖ ਪ੍ਰਾਪਤ ਹੁੰਦਾ ਹੈ। ਮਨਮੁਖ ਮੋਈ ਆਪਣਾ ਜਨਮ ਖੋਏ, ਮਨਮੁਖ ਮਰ ਗਏ ਨੇ ਆਪਣਾ ਜਨਮ ਗਵਾ ਕੇ। ਸਤਿਗੁਰ ਸੇਵੇ ਭਰਮ ਚੁਕਾਏ, ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਆਪਣੇ ਹਿਰਦੇ 'ਚੋਂ ਭਰਮ ਚੁਕਾ ਦਿੰਦੇ ਨੇ, ਦੂਰ ਕਰ ਦਿੰਦੇ ਹਨ। ਘਰ ਹੀ ਅੰਦਰ ਸਚ ਮਹਿਲ ਪਾਏ, ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਪਰਮੇਸ਼ਰ ਦੇ ਸਰੂਪ ਨੂੰ, ਮਹਿਲ ਨੂੰ ਪ੍ਰਾਪਤ ਕਰ ਲੈਂਦੇ ਹਨ। ਆਪੇ ਪੂਰਾ ਕਰੇ ਸੋ ਹੋਏ, ਪਰਮੇਸ਼ਰ ਆਪ ਹੀ ਪੂਰਾ ਹੈ, ਉਹ ਜੋ ਕਰਦਾ ਹੈ ਉਹੀ ਹੁੰਦਾ ਹੈ। ਇਹ ਥਿੱਤੀ ਵਾਰ ਦੂਜਾ ਦੋਏ, ਆ ਥਿੱਤਾਂ, ਆ ਵਾਰ, ਆ ਜੋ ਕੁਝ ਵੀ ਬਣਿਆ ਹੋਇਆ ਇਹ ਸਭ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਹੈ। ਸਤਿਗੁਰ ਬਾਝੋ ਅੰਧ ਗੁਬਾਰ, ਇੱਕ ਗੱਲ ਯਾਦ ਰੱਖਿਓ, ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ, ਜਿੰਨੇ ਮਰਜ਼ੀ ਕਰਮ ਕਰ ਲਓ, ਸਤਿਗੁਰਾਂ ਤੋਂ ਬਿਨਾਂ ਹਨੇਰਾ ਨਹੀਂ ਜਾਣਾ। ਸਤਿਗੁਰਾਂ ਤੋਂ ਬਿਨਾਂ ਜੀਵ ਦੇ ਹਿਰਦੇ 'ਚ ਅੰਧ ਗੁਬਾਰ ਹੀ ਹੈ। ਤਿਤੀ ਵਾਰ ਸੇਵੈ ਮੁਕਤ ਗਵਾਰ, ਜਿਹੜੇ ਮੁਗਧ ਗਵਾਰ ਲੋਕ ਨੇ ਨਾ, ਮੂਰਖ, ਉਹ ਥਿੱਤਾਂ ਵਾਰਾਂ ਨੂੰ ਪੂਜਦੇ ਫਿਰਦੇ ਆ। ਫਲਾਣੀ ਥਿੱਤ ਦੀ ਪੂਜਾ ਕਰੋ ਆ ਹੋਵੇਗਾ, ਫਲਾਣੇ ਵਾਰ ਦੀ ਪੂਜਾ ਕਰੋ ਆ ਮਿਲੇਗਾ। ਉਹ ਮੂਰਖ ਇਹਨਾਂ ਦੀ ਪੂਜਾ ਕਰਦੇ ਆ, ਗੁਰੂ ਦੀ ਪੂਜਾ ਨਹੀਂ ਕਰਦੇ।
ਭਾਈ ਗੁਰੂ ਦੀ ਪੂਜਾ ਕਰਨੀਆਂ ਨਾ ਕਿ ਥਿਤਵਾਰ ਪੂਜਣੇ ਹਨ। ਨਾਨਕ ਗੁਰਮੁਖ ਬੁਝੈ ਸੋਝੀ ਪਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਇਸ ਗੱਲ ਨੂੰ ਬੁੱਝ ਲੈਂਦੇ ਨੇ, ਉਹਨਾਂ ਨੂੰ ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਕਤ ਨਾਮ ਸਦਾ ਰਹਿਆ ਸਮਾਏ। ਉਹ ਫਿਰ ਇੱਕ ਪਰਮੇਸ਼ਰ ਦੇ ਨਾਮ 'ਚ ਸदैवी ਕਾਲ ਲਈ ਸਮਾ ਜਾਂਦੇ ਨੇ। ਅਕਾਲ ਪੁਰਖ ਦੇ ਨਾਮ 'ਚ ਹੀ ਸदैवी ਕਾਲ ਲਈ ਅਭੇਦ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ 'ਚ ਵਸੇ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਿਸ ਦਾ ਸਾਹਿਬ ਡਾਢਾ ਹੋਏ, 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 ਜਿਸ ਦਾ ਸਾਹਿਬ ਡਾਢਾ ਹੋਏ। ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।